ਡੋਨਲਡ ਟਰੰਪ ਇੱਕ ਵਾਰ ਫਿਰ ਹੈਡਲਾਈਨਸ ਵਿੱਚ ਨੇ। ਵਜ੍ਹਾ ਬਣੀ ਹੈ ਜੀ ਇੰਡੀਆ ਪਾਕਿਸਤਾਨ ਸੀਜ਼ ਫਾਇਰ ਤੇ ਉਹਨਾਂ ਦਾ ਮੀਡੀਏਸ਼ਨ ਕਲੇਮ। ਹੁਣ ਤੱਕ 25 ਵਾਰ ਟਰੰਪ ਸਾਹਿਬ ਪਬਲਿਕ ਪਲੇਟਫਾਰਮ ਤੇ ਕਹਿ ਚੁੱਕੇ ਨੇ ਕਿ ਉਹਨਾਂ ਨੇ ਹੀ ਇੰਡੀਆ ਪਾਕਿਸਤਾਨ ਦੇ ਵਿਚਕਾਰ ਸ਼ਾਂਤੀ ਕਰਵਾਈ। ਟਰੰਪ ਸਿਰਫ ਪੋਲਿਟੀਕਲ ਆਪਟਿਕਸ ਦੇ ਵਿੱਚ ਬਿਜ਼ੀ ਨੇ ਜਾਂ ਰੀਅਲੀ ਉਹਨਾਂ ਨੇ ਪਿੱਛੇ ਵਾਕਈ ਕੋਈ ਰੋਲ ਪਲੇ ਕੀਤਾ ਹੈ? ਟਰੰਪ ਸਾਹਿਬ ਕਿਉਂ ਵਾਰ-ਵਾਰ ਇਸ ਚੀਜ਼ ਨੂੰ ਹਾਈਲਾਈਟ ਕਰਦੇ ਨੇ ਤੇ ਜਦੋਂ ਇੱਕ ਗਲੋਬਲ ਲੀਡਰ ਬਾਰ-ਬਾਰ ਕਹਿ ਰਿਹਾ ਹੋਵੇ ਕਿ ਆਈ ਡਿਡ ਇਟ ਬਿਨਾਂ ਕਿਸੇ ਡਾਕੂਮੈਂਟ ਜਾਂ ਪ੍ਰੋਸੈਸ ਦੇ ਤੇ ਉਹ ਕ੍ਰੈਡੀਬਿਲਿਟੀ ਨੂੰ ਹਿੱਟ ਕਰ ਸਕਦਾ ਹੈ, ਸਪੈਸ਼ਲੀ ਜਿੱਥੇ ਪੀਸ ਸੈਂਸਿਟਿਵ ਹੋਵੇ। ਕਿ ਟਰੰਪ ਦੇ ਰਿਪੀਟਡ ਕਲੇਮਸ ਨੂੰ ਇਗਨੋਰ ਕੀਤਾ ਜਾਵੇਗਾ ਕਦੀ ਜਾਂ ਫਾਰਮਲੀ ਰਿਜੈਕਟ ਕੀਤਾ ਜਾਵੇਗਾ ਜਾਂ ਲੋੜ ਹੈ ਇਹਨੂੰ ਰਿਜੈਕਟ ਕਰਨ ਦੀ? ਸਤਿ ਸ਼੍ਰੀ ਅਕਾਲ ਜੀ, ਜਸ ਪੰਜਾਬੀ ਦੇਖਦੇ ਹੋ ਸਾਰੇ ਦਰਸ਼ਕਾਂ ਦਾ ਮੈਂ ਗੀਤ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਤੁਸੀਂ ਮੇਰੇ ਨਾਲ ਵੇਖਣਾ ਸ਼ੁਰੂ ਕਰ ਦਿੱਤਾ ਹੈ ਪ੍ਰੋਗਰਾਮ ਅੱਜ ਦਾ ਮੁੱਦਾ। 2025 ਦਾ ਜੁਲਾਈ ਮਹੀਨਾ ਹੈ, ਪਰ ਅਮਰੀਕੀ ਰਾਜਨੀਤੀ ਦੇ ਸਭ ਤੋਂ ਚਰਚਿਤ ਚਿਹਰੇ ਯਾਨੀ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਇੱਕ ਵਾਰ ਫਿਰ ਹੈਡਲਾਈਨਸ ਵਿੱਚ ਨੇ, ਨਾ ਸਿਰਫ ਅਮਰੀਕਾ ਦੇ ਵਿੱਚ ਪਰ ਏਸ਼ੀਆ 'ਚ ਵੀ। ਇਸ ਵਾਰ ਵਜ੍ਹਾ ਬਣੀ ਹੈ ਜੀ ਇੰਡੀਆ ਪਾਕਿਸਤਾਨ ਸੀਜ਼ ਫਾਇਰ ਤੇ ਉਹਨਾਂ ਦਾ ਮੀਡੀਏਸ਼ਨ ਕਲੇਮ। ਹੁਣ ਤੱਕ ਜੇ ਤੁਸੀਂ ਗੌਰ ਕੀਤਾ ਹੋਵੇ ਤੇ ਤੁਸੀਂ ਆਬਜ਼ਰਵ ਕੀਤਾ ਹੋਵੇਗਾ ਕਿ ਹੁਣ ਤੱਕ 25 ਵਾਰ ਟਰੰਪ ਸਾਹਿਬ ਪਬਲਿਕ ਪਲੇਟਫਾਰਮ ਤੇ ਕਹਿ ਚੁੱਕੇ ਨੇ ਕਿ ਉਹਨਾਂ ਨੇ ਹੀ ਇੰਡੀਆ ਪਾਕਿਸਤਾਨ ਦੇ ਵਿਚਕਾਰ ਸ਼ਾਂਤੀ ਕਰਵਾਈ ਹੈ ਤੇ ਸੀਜ਼ ਫਾਇਰ ਦਾ ਕ੍ਰੈਡਿਟ ਉਹਨਾਂ ਨੂੰ ਹੀ ਜਾਂਦਾ ਹੈ। ਹੁਣ ਕੱਲ ਦੀ ਗੱਲ ਹੈ ਕਿ ਇੱਕ ਪ੍ਰੈਸ ਕਾਨਫਰੰਸ 'ਚ ਟਰੰਪ ਨੇ ਫਿਰ ਦੁਬਾਰਾ ਕਹਿ ਦਿੱਤਾ ਕਿ it was my leadership that brought India and Pakistan to the table. Nobody else could have done that. ਇਹ ਉਹ ਟਾਈਮ ਤੇ ਕਿਹਾ ਗਿਆ ਹੈ ਜਦੋਂ ਵਰਲਡ ਇਸ ਵਕਤ ਗਾਜ਼ਾ ਕ੍ਰਾਈਸਿਸ ਤੇ ਅਟੈਂਸ਼ਨ ਦੇ ਰਿਹਾ ਹੈ, ਜਿਵੇਂ ਕਿ ਆਪਾਂ ਕੱਲ ਵੀ ਗੱਲ ਕੀਤੀ, ਪਰ ਟਰੰਪ ਦੀ ਨੈਰੇਟਿਵ ਡਾਇਰੈਕਸ਼ਨ ਕਿਸੇ ਹੋਰ ਹੀ ਦਿਸ਼ਾ 'ਚ ਲੈ ਜਾਂਦੀ ਹੈ। ਇਸ ਸਟੇਟਮੈਂਟ ਦੀ ਟਾਈਮਿੰਗ ਖਾਸ ਤੌਰ ਤੇ ਇੰਪੋਰਟੈਂਟ ਹੈ ਜੀ, ਕਿਉਂਕਿ ਇੰਡੀਆ ਪਾਕਿਸਤਾਨ ਦੇ ਬਾਰਡਰ ਤੇ ਹਾਲਾਤ ਹਾਲੇ ਵੀ ਪੂਰੀ ਤਰੀਕੇ ਦੇ ਨਾਲ ਸਟੇਬਲ ਨਹੀਂ ਹੈ। ਲੋਕਲੀ ਥੱਲੇ ਟੈਂਸ਼ਨਸ, ਇਨਫਿਲਟ੍ਰੇਸ਼ਨ ਅਟੈਂਪਟਸ ਤੇ ਪੋਲੀਟੀਕਲ ਨੋਇਜ਼ ਹਮੇਸ਼ਾ ਇਹਦੇ ਤੇ ਰਹਿੰਦੀ ਹੈ। ਪਰ ਟਰੰਪ ਦਾ ਇਹ ਕਹਿਣਾ ਕਿ ਮੈਂ ਹੀ ਪੀਸ ਲੈ ਕੇ ਆਇਆ, ਡਿਪਲੋਮੈਟਿਕ ਸਰਕਲਸ 'ਚ ਇੱਕ ਮਿਕਸਡ ਰਿਐਕਸ਼ਨ ਲੈ ਕੇ ਆਇਆ ਹੈ, ਜਿਹਦੇ ਆਪਣੇ ਇੰਪੈਕਟ ਨੇ। ਇੰਡੀਆ ਨੇ ਆਫੀਸ਼ੀਅਲੀ ਕਦੀ ਵੀ ਐਕਸੈਪਟ ਨਹੀਂ ਕੀਤਾ ਕਿ ਕੋਈ ਥਰਡ ਪਾਰਟੀ ਮੀਡੀਏਸ਼ਨ ਹੈ ਜਾਂ ਥਰਡ ਪਾਰਟੀ ਨੇ ਕਿਸੇ ਤਰੀਕੇ ਦੇ ਮੀਡੀਏਸ਼ਨ ਕੀਤਾ ਹੈ ਜਾਂ ਸਾਨੂੰ ਉਸ ਮੀਡੀਏਸ਼ਨ ਦੀ ਲੋੜ ਹੈ। ਇੰਡੀਆ ਹਮੇਸ਼ਾ ਇਹ ਸਟੈਂਸ ਰੱਖਦਾ ਹੈ ਕਿ ਪਾਕਿਸਤਾਨ ਨਾਲ ਸਾਰੇ ਇਸ਼ੂਜ਼ ਬਾਇਲੈਟਰਲ ਲੈਵਲ ਤੇ ਹੀ ਹੱਲ ਹੋਣਗੇ। ਨਾ ਕੋਈ ਟਰੰਪ ਵਾਲੀ ਮੀਡੀਏਸ਼ਨ ਐਕਸੈਪਟ ਕੀਤੀ ਗਈ ਹੈ ਕਦੀ ਤੇ ਨਾ ਉਹਨਾਂ ਦਾ ਕੋਈ ਡਾਕੂਮੈਂਟਡ ਐਵੀਡੈਂਸ ਸਾਹਮਣੇ ਆਇਆ ਹੈ। ਹੁਣ ਪਾਕਿਸਤਾਨ ਵੀ ਆਫ ਰਿਕਾਰਡ ਕੁਝ ਗੱਲਾਂ ਕਹਿ ਚੁੱਕਿਆ ਹੈ, ਪਰ ਫਾਰਮਲੀ ਉਹਨਾਂ ਨੇ ਵੀ ਟਰੰਪ ਦੇ ਇਸ ਕਲੇਮ ਨੂੰ ਅਵੋਇਡ ਹੀ ਕੀਤਾ ਹੈ। ਪਰ ਟਰੰਪ ਦੀ ਪੋਲਿਟਿਕਸ ਸਮਝਣਾ ਇੱਕ ਇੰਪੋਰਟੈਂਟ ਐਂਗਲ ਦੇ ਨਾਲ ਕਿਉਂਕਿ ਜੁੜਿਆ ਹੋਇਆ ਹੈ ਤੇ ਉਹ ਆਪਣੇ ਬੇਸ ਨੂੰ ਐਨਰਜਾਈਜ਼ ਕਰਨ ਦੇ ਲਈ ਖਾਸ ਤੌਰ ਤੇ ਇੰਡੀਅਨ ਅਮਰੀਕਨ ਕਮਿਊਨਿਟੀ ਜੋ ਕਈ ਕ੍ਰੂਸ਼ਲ ਸਟੇਟਸ 'ਚ ਵੋਟ ਬੈਂਕ ਹੈ, ਇਹ ਇਮੇਜ ਬਿਲਡ ਕਰਦੇ ਨੇ ਕਿ ਉਹ ਵਰਲਡ ਪੀਸ ਦੇ ਮੈਸੇਂਜਰ ਨੇ। ਤੇ ਇਹ ਸਿਰਫ ਫੋਰਨ ਪਾਲਿਸੀ ਦੀ ਗੱਲ ਨਹੀਂ, ਇਹ 2025 ਵਿੱਚ ਡੋਮੈਸਟਿਕ ਵੋਟ ਟਾਰਗੇਟਿੰਗ ਦਾ ਪਾਰਟ ਵੀ ਬਣ ਚੁੱਕਿਆ ਹੈ। ਜਾਂ ਤੁਸੀਂ ਕਹਿ ਲਓ ਕਿ ਜਿਹੜੇ ਹੁਣ ਇਲੈਕਸ਼ਨਸ 2024 ਦੇ ਵਿੱਚ ਹੋਏ ਆ ਉਹਨਾਂ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਕੁਝ ਡਿਪਲੋਮੈਟਸ ਨੇ ਐਨੋਨਿਮਸਲੀ ਉਹਨਾਂ ਨੇ ਕਿਹਾ ਕਿ ਟਰੰਪ ਦੇ ਸਟੇਟਮੈਂਟ ਨਾਲ ਗਰਾਊਂਡ ਤੇ ਕੋਈ ਸਬਸਟੈਂਸ਼ੀਅਲ ਚੇਂਜ ਨਹੀਂ ਆਇਆ, ਪਰ ਜੀਓਪੋਲਿਟੀਕਲ ਨੈਰੇਟਿਵ ਨੂੰ ਸ਼ੇਪ ਜ਼ਰੂਰ ਮਿਲਦਾ ਹੈ। ਮੀਡੀਆ ਖਾਸ ਤੌਰ ਤੇ ਕੰਜ਼ਰਵੇਟਿਵ ਯੂਐਸ ਆਊਟਲੈਟਸ ਟਰੰਪ ਨੂੰ ਗਲੋਬਲ ਪੀਸ ਮੇਕਰ ਇਮੇਜ ਦੇ ਵਿੱਚ ਪ੍ਰੈਜ਼ੈਂਟ ਕਰਦੇ ਨੇ ਤੇ ਇਸ ਦਾ ਸਾਈਕੋਲੋਜੀਕਲ ਅਸਰ ਇੰਡੀਆ ਤੇ ਪਾਕਿਸਤਾਨ ਟੈਂਸ਼ਨਸ ਤੇ ਭਾਵੇਂ ਨਾ ਹੋਵੇ ਪਰ ਪਬਲਿਕ ਪਰਸੈਪਸ਼ਨ ਦੇ ਵਿੱਚ ਟਰੰਪ ਦੀ ਪੋਜੀਸ਼ਨਿੰਗ ਜ਼ਰੂਰ ਸਟਰੋਂਗ ਬਣ ਜਾਂਦੀ ਹੈ।
ਇੱਕ ਹੋਰ ਲੇਅਰ ਇਹ ਵੀ ਆ ਕਿ 2025 ਦੇ ਪਹਿਲੇ ਮਹੀਨੇ 'ਚ ਜਦੋਂ ਟਰੰਪ ਨੇ ਪ੍ਰੈਜ਼ੀਡੈਂਸੀ ਦੁਬਾਰਾ ਸੰਭਾਲੀ, ਯਾਨੀ ਕਿ ਆਪਣਾ ਸੈਕੰਡ ਟੈਨਿਓਰ ਸ਼ੁਰੂ ਕੀਤਾ, ਤੇ ਉਹ ਗਜ਼ਾ, ਯੂਕਰੇਨ, ਚਾਈਨਾ, ਤਾਈਵਾਨ ਤੇ ਸਾਊਥ ਏਸ਼ੀਆ ਵਾਲੇ ਇਸ਼ੂਜ਼ ਦੇ ਵਿੱਚ ਆਪਣਾ ਸਟਰੋਂਗ ਕਲੇਮ ਕਰ ਰਹੇ ਨੇ। ਤੇ ਇਸ ਕੰਟੈਕਸਟ ਦੇ ਵਿੱਚ ਇੰਡੀਆ ਪਾਕਿਸਤਾਨ ਸੀਜ਼ਫਾਇਰ ਦੀ ਫਾਈਲ ਫੇਰ ਖੋਲ ਕੇ ਉਹਨਾਂ ਨੇ ਆਪਣੇ ਆਪ ਨੂੰ ਐਕਸ਼ਨ ਓਰੀਐਂਟਡ ਲੀਡਰ ਬਣਾਉਣ ਦੀ ਫੇਰ ਦੁਬਾਰਾ ਕੋਸ਼ਿਸ਼ ਕੀਤੀ ਹੈ। ਤੇ ਸਵਾਲ ਇਹ ਹੈ ਕਿ ਟਰੰਪ ਸਿਰਫ ਪੋਲਿਟੀਕਲ ਆਪਟਿਕਸ ਦੇ ਵਿੱਚ ਬਿਜ਼ੀ ਨੇ ਜਾਂ ਰੀਅਲੀ ਉਹਨਾਂ ਨੇ ਕੁਝ ਪਰਦਾ, ਉਹਨਾਂ ਨੇ ਪਿੱਛੇ ਵਾਕਈ ਕੋਈ ਰੋਲ ਪਲੇ ਕੀਤਾ ਹੈ। ਕਿਸੇ ਨਿਊਟਰਲ ਥਰਡ ਪਾਰਟੀ ਡਿਪਲੋਮੈਟ ਦਾ ਕੋਈ ਓਪਨ ਐਕਨੋਲਜਮੈਂਟ ਆਇਆ ਤੇ ਨਹੀਂ, ਨਾ ਹੀ ਇੰਡੀਆ ਪਾਕਿਸਤਾਨ ਪੀਸ ਡਾਕੂਮੈਂਟ ਦੇ ਵਿੱਚ ਟਰੰਪ ਦਾ ਕੋਈ ਡਾਇਰੈਕਟ ਇਨਵੋਲਵਮੈਂਟ ਲਿਖਿਆ ਗਿਆ ਹੈ। ਪਰ ਟਰੰਪ ਦੀ ਸਟਾਈਲ ਪ੍ਰੈਡਿਕਟੇਬਲ ਹੈ। ਉਹ ਕਲੇਮ ਕਰਨਗੇ, ਰਿਪੀਟ ਕਰਨਗੇ ਤੇ ਫਿਰ ਉਹਨਾਂ ਕਲੇਮਸ ਨੂੰ ਰਿਐਲਿਟੀ ਬਣਾ ਕੇ ਪ੍ਰੈਜ਼ੈਂਟ ਕਰਦੇ ਨੇ, ਜਿਵੇਂ ਕਿ ਉਹ ਹੁਣ ਕਰ ਰਹੇ ਨੇ। ਤੇ ਇਹ ਨੈਰੇਟਿਵ ਬਿਲਡਿੰਗ ਦੀ ਸਟ੍ਰੈਟਜੀ ਉਹਨਾਂ ਨੇ ਪਹਿਲਾਂ ਵੀ ਕੀਤੀ। ਅਫਗਾਨਿਸਤਾਨ ਵਿਡਰੋਲ, ਨਾਰਥ ਕੋਰੀਆ ਟਾਕਸ ਤੇ ਇਵਨ ਮਿਡਲ ਈਸਟ ਐਬਰਾਮ ਅਕੋਰਡਸ ਟਾਈਮ ਦੇ ਵਿੱਚ। ਇਸ ਕੜੀ ਦੇ ਵਿੱਚ ਟਰੰਪ ਦਾ ਇੰਡੀਆ ਪਾਕਿਸਤਾਨ ਪੀਸ ਸਟੇਟਮੈਂਟ 2025 ਚ ਵੀ ਰਿਪੀਟ ਹੋ ਰਿਹਾ ਹੈ ਵਿਦਆਊਟ ਐਨੀ ਆਫੀਸ਼ੀਅਲ ਬੈਕਅਪ। ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਅਸੀਂ ਵੀ ਕਰ ਰਹੇ, ਲੇਕਿਨ ਤੁਹਾਡਾ ਇਹਦੇ ਤੇ ਕੀ ਨੈਰੇਟਿਵ ਹੈ, ਤੁਹਾਡਾ ਇਸ ਤੇ ਕੀ ਪਰਸਪੈਕਟਿਵ ਹੈ? ਟਰੰਪ ਸਾਹਿਬ ਕਿਉਂ ਵਾਰ-ਵਾਰ ਇਸ ਚੀਜ਼ ਨੂੰ ਹਾਈਲਾਈਟ ਕਰਦੇ ਨੇ? ਕਿਉਂ ਯੂਐਸ ਵਾਰ-ਵਾਰ ਹਾਈਲਾਈਟ ਕਰਦਾ ਹੈ ਕਿ ਇੰਡੀਆ ਪਾਕਿਸਤਾਨ ਜਾਂ ਕਿਸੇ ਹੋਰ ਤਰੀਕੇ ਦਾ ਸੀਜ਼ਫਾਇਰ ਉਹਨਾਂ ਵੱਲੋਂ ਰੋਕਿਆ ਗਿਆ? ਕਿ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਇੱਕ ਪਾਵਰਫੁਲ ਕੰਟਰੀ ਨੂੰ ਰਿਪਰੈਜ਼ੈਂਟ ਕਰਨ ਦੇ ਨਾਤੇ ਸਾਡੀ ਇਹ ਡਿਊਟੀ ਹੈ ਕਿ ਅਸੀਂ ਬਾਕੀ ਕੰਟਰੀਜ਼ ਦੇ ਵਿੱਚ ਚੱਲ ਰਹੀ ਵਾਰਸ ਦੇ ਵਿੱਚ ਆਪਣਾ ਮੀਡੀਏਸ਼ਨ ਰੱਖੀਏ। ਪਰ ਭਾਵੇਂ ਤੁਸੀਂ ਮੀਡੀਏਸ਼ਨ ਨਾ ਕੀਤਾ ਹੋਵੇ, ਲੇਕਿਨ ਉਹਨਾਂ ਗੱਲਾਂ ਨੂੰ ਬਾਰ-ਬਾਰ ਰਿਪੀਟ ਕਰਨ ਦੇ ਪਿੱਛੇ ਕੀ ਮੋਟਿਵ ਹੈ? ਕਿਸ ਤਰੀਕੇ ਦੀ ਸਟ੍ਰੈਟਜੀ ਤੁਸੀਂ ਬਿਲਡ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਜਾਂ ਕਿਸ ਤਰੀਕੇ ਦਾ ਨੈਰੇਟਿਵ ਤੁਸੀਂ ਬਿਲਡ ਕਰਨ ਦੀ ਇੱਥੇ ਕੋਸ਼ਿਸ਼ ਕਰ ਰਹੇ ਹੋ? ਇੱਕ ਨੈਰੇਟਿਵ ਅਸੀਂ ਸੈੱਟ ਕਰਨ ਦੀ ਕੋਸ਼ਿਸ਼ ਕੀਤੀ, ਤੁਸੀਂ ਆਪਣਾ ਪਰਸਪੈਕਟਿਵ ਸਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ। ਲੇਕਿਨ ਇਸ ਦੇ ਨਾਲ ਹੀ ਜੁੜਿਆ ਇੱਕ ਹੋਰ ਪਹਿਲੂ ਜਿਸ ਦੇ ਉੱਤੇ ਆਪਾਂ ਗੱਲ ਕਰਾਂਗੇ, ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਜੁੜੇ ਰਹਿਣਾ ਉਸ ਪਹਿਲੂ ਨੂੰ ਜਾਣਨ ਦੇ ਲਈ। ਵੈਲਕਮ ਬੈਕ ਆਫਟਰ ਦ ਬ੍ਰੇਕ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ, ਤੇ ਆਪਾਂ ਗੱਲ ਕਰ ਰਹੇ ਸੀ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਦਿੱਤੀ ਗਈ ਇੱਕ ਸਟੇਟਮੈਂਟ ਦੀ, ਜਿਹਦੇ ਵਿੱਚ ਉਹਨਾਂ ਨੇ ਇੱਕ ਵਾਰ ਫੇਰ ਕੀ ਦਿਸ ਇਜ਼ 25 ਟਾਈਮਸ ਜਦੋਂ ਉਹਨਾਂ ਵੱਲੋਂ ਇਹ ਕੀਤਾ ਗਿਆ ਕਿ ਇੰਡੀਆ ਪਾਕਿਸਤਾਨ ਦੇ ਵਿਚਾਲੇ ਜੋ ਸੀਜ਼ਫਾਇਰ ਹੋਇਆ ਉਹ ਅਸੀਂ ਰੁਕਵਾਇਆ, ਉਹ ਵਾਰ ਅਸੀਂ ਰੁਕਵਾਏ, ਤੇ ਇੱਕ ਵਾਰ ਫਿਰ ਉਹ ਕ੍ਰੈਡਿਟ ਲੈਣ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ। ਤੇ ਉਸ ਦੀ ਇੱਕ ਬੈਕਗਰਾਉਂਡ ਸਟੋਰੀ ਤੁਹਾਡੇ ਸਾਹਮਣੇ ਸੇ ਰੱਖਣ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰੀਕੇ ਦਾ ਨੈਰੇਟਿਵ ਬਣਾਉਣ ਦੀ ਇੱਥੇ ਕੋਸ਼ਿਸ਼ ਡੋਨਲਡ ਟਰੰਪ ਕਰਦੇ ਨੇ। ਡੋਨਲਡ ਟਰੰਪ ਜੋ ਕਹਿਣ ਇੰਡੀਆ ਨੂੰ ਲੈ ਕੇ ਜਾਂ ਇੰਡੀਆ ਪਾਕਿਸਤਾਨ ਦੇ ਰਿਲੇਸ਼ਨਸ ਨੂੰ ਲੈ ਕੇ, ਉਹਦਾ ਅਸਰ ਉੱਥੇ ਕੁਝ ਹੋਵੇ ਜਾਂ ਨਾ ਹੋਵੇ, ਲੇਕਿਨ ਇੰਡੀਆ ਦੇ ਵਿੱਚ ਨਾ ਉਹਨਾਂ ਦੇ ਸਟੇਟਮੈਂਟ ਦਾ ਇੱਕ ਰਾਜਨੀਤਿਕ ਤੇ ਇੱਕ ਡਿਪਲੋਮੈਟਿਕ ਅਸਰ ਜ਼ਰੂਰ ਦੇਖਿਆ ਜਾਂਦਾ ਹੈ। ਐਂਡ ਅਗੇਨ ਇਹਦਾ ਇੱਕ ਡਿਪਲੋਮੈਟਿਕ ਅਸਰ ਦੇਖਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਡੋਨਲਡ ਟਰੰਪ ਨੇ ਜਦੋਂ ਦੁਬਾਰਾ ਵਾਈਟ ਹਾਊਸ ਸੰਭਾਲਿਆ 2025 ਦੇ ਵਿੱਚ, ਉਹ ਸਟਾਰਟਿੰਗ ਦੇ ਵਿੱਚ, ਉਦੋਂ ਤੋਂ ਹੀ ਇਹ ਕਲੀਅਰ ਹੋ ਗਿਆ ਸੀ ਕਿ ਫੋਰਨ ਪਾਲਿਸੀ ਸਟੇਟਮੈਂਟ ਉਹ ਸਿਰਫ ਅਮਰੀਕਾ ਤੱਕ ਸੀਮਿਤ ਨਹੀਂ ਰੱਖਣਗੇ। ਪਰ ਜਦੋਂ ਉਹ ਇੰਡੀਆ ਪਾਕਿਸਤਾਨ ਸੀਜ਼ਫਾਇਰ ਤੇ ਮੀਡੀਏਸ਼ਨ ਕਲੇਮ ਕਰਨ ਲੱਗ ਪਏ, ਤੇ ਉਦੋਂ ਇੰਡੀਅਨ ਪਾਰਲੀਮੈਂਟ ਦੇ ਅੰਦਰ ਵੀ ਜਿਵੇਂ ਇੱਕ ਭੁਚਾਲ ਜਾ ਆ ਗਿਆ। ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਆਪੋਜੀਸ਼ਨ ਨੇ ਸਿੱਧਾ ਸਵਾਲ ਪੁੱਛ ਲਿਆ ਕਿ ਇੰਡੀਆ ਨੇ ਆਫੀਸ਼ੀਅਲੀ ਟਰੰਪ ਨੂੰ ਮੀਡੀਏਸ਼ਨ ਦਾ ਰੋਲ ਦਿੱਤਾ ਸੀ, ਤੇ ਇਸ ਸਵਾਲ ਤੇ ਐਕਸਟਰਨਲ ਅਫੇਅਰ ਮਿਨਿਸਟਰ एस जयशंकर ने एक क्लियरली जवाब दिता कि इंडिया हैज नेवर एक्सेप्टेड थर्ड पार्टी मीडिएशन ऑन कश्मीर और ऑन एनी बायलैटरल इशू विद पाकिस्तान। The ceasefire understanding of 2021 was result of direct
military level communication and not mediated by any foreign power। ਤੁਹਾਨੂੰ ਯਾਦ ਹੋਵੇਗਾ 2021 ਦੇ ਵਿੱਚ DIG ਲੈਵਲ ਤੇ ਦੋਨਾਂ ਦੇਸ਼ਾਂ ਵੱਲੋਂ ਮੀਟਿੰਗ ਹੋਈ ਸੀ ਤੇ ਉਦੋਂ ਸੀਜ਼ਫਾਇਰ ਨੂੰ ਲੈ ਕੇ ਇੱਕ ਡਾਇਰੈਕਟ ਗੱਲ, ਇੱਕ ਬਾਇਲੈਟਰਲ ਟਾਕ ਜਿਹੜੀ ਹੈ ਉਹ ਦੋਨਾਂ ਦੀ ਮਿਲਟਰੀ ਵੱਲੋਂ ਕੀਤੀ ਗਈ ਹੈ ਤੇ ਉਹਦਾ ਜ਼ਿਕਰ ਵਾਰ-ਵਾਰ ਇੰਡੀਆ ਵੱਲੋਂ ਕੀਤਾ ਜਾਂਦਾ ਹੈ ਤੇ ਹਮੇਸ਼ਾ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਾਨੂੰ ਆਪਣੇ ਕਿਸੇ ਦੂਸਰੀ ਕੰਟਰੀ ਦੇ ਨਾਲ ਜੋ ਰਿਫਟਸ ਨੇ, ਜੋ ਕਿਓਟਿਕ ਸਿਚੁਏਸ਼ਨਸ ਨੇ, ਉਹਨੂੰ ਹੈਂਡਲ ਕਰਨ ਦੇ ਲਈ ਕਿਸੇ ਤੀਸਰੇ ਕੰਟਰੀ ਦੀ ਮੀਡੀਏਸ਼ਨ ਦੀ ਲੋੜ ਨਹੀਂ ਹੈ। ਤੇ ਇਸ ਜਵਾਬ ਦੇ ਨਾਲ ਇੰਡੀਆ ਦਾ ਆਫੀਸ਼ੀਅਲ ਸਟੈਂਸ ਕਲੀਅਰ ਹੋ ਗਿਆ, ਕੋਈ ਟਰੰਪ ਮੀਡੀਏਸ਼ਨ ਨਹੀਂ ਸੀ। ਪਰ ਇਸ ਡਿਬੇਟ ਨੇ ਇੱਕ ਪੋਲੀਟੀਕਲ ਟੈਂਪਰੇਚਰ ਜ਼ਰੂਰ ਵਧਾਇਆ ਹੈ। ਕਾਂਗਰਸ, TMC, ਆਪ ਤੇ ਹੋਰ ਆਪੋਜੀਸ਼ਨ ਪਾਰਟੀਆਂ ਨੇ ਕਿਹਾ ਕਿ ਟਰੰਪ ਦੇ ਸਟੇਟਮੈਂਟ ਦੇ ਨਾਲ ਇੰਡੀਆ ਦੀ ਫੋਰਨ ਇਮੇਜ ਕਨਫਿਊਜ਼ਡ ਹੋ ਰਹੀ ਹੈ, ਕਨਫਿਊਜ਼ਡ ਬਣ ਰਹੀ ਹੈ। ਉਹਨਾਂ ਨੇ ਗਵਰਨਮੈਂਟ ਤੋਂ ਡਿਮਾਂਡ ਕੀਤੀ ਹੈ ਕਿ ਟਰੰਪ ਨੂੰ ਡਿਪਲੋਮੈਟਿਕਲੀ ਰਿਸਪੌਂਡ ਕੀਤਾ ਜਾਵੇ ਕਿ ਜੋ ਕਹਿ ਰਹੇ ਨੇ ਉਹ ਸਹੀ ਨਹੀਂ ਹੈ ਤੇ ਤੁਸੀਂ ਇੰਟਰਨੈਸ਼ਨਲ ਫੋਰਮ ਤੇ ਆ ਕੇ ਇਹ ਗੱਲਾਂ ਨੂੰ ਰਿਪੀਟ ਨਾ ਕਰੋ। ਦੂਜੀ ਗੱਲ ਇਹ ਹੈ ਕਿ ਇੰਡੀਆ ਪਾਕਿਸਤਾਨ ਸੀਜ਼ਫਾਇਰ ਦਾ ਅਸਲੀ ਕੰਟੈਕਸਟ ਹੀ ਕੀ ਸੀ। ਤੁਹਾਨੂੰ ਯਾਦ ਹੈ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਹੀ ਸੀਗੀ ਕਿ ਫਰਵਰੀ 2021 ਦੇ ਵਿੱਚ ਇੰਡੀਆ ਤੇ ਪਾਕਿਸਤਾਨ ਦੇ DGMOs ਯਾਨੀ ਕਿ ਡਾਇਰੈਕਟਰ ਜਨਰਲਸ ਆਫ ਮਿਲਟਰੀ ਆਪਰੇਸ਼ਨਸ ਨੇ ਹੌਟਲਾਈਨ ਕਾਲ ਦੇ ਥਰੂ ਇੱਕ ਮਿਊਚੁਅਲ ਅੰਡਰਸਟੈਂਡਿੰਗ ਤੇ ਸੀਜ਼ਫਾਇਰ ਅਨਾਉਂਸ ਕੀਤਾ ਸੀ ਜੋ LOC ਤੇ ਫਾਇਰਿੰਗ ਇਨਸੀਡੈਂਟ ਨੂੰ ਰੋਕਣ ਲਈ ਸੀ ਤੇ ਇਹ ਡਿਸੀਜਨ ਪਿਓਰਲੀ ਮਿਲਟਰੀ ਲੈਵਲ ਤੇ ਕਮਿਊਨੀਕੇਸ਼ਨ ਦਾ ਇੱਕ ਨਤੀਜਾ ਸੀ, ਨਾ ਕਿ ਕਿਸੇ ਗਲੋਬਲ ਲੀਡਰ ਦੀ ਮੀਡੀਏਸ਼ਨ ਦਾ ਯਾਨੀ ਕਿ ਟਰੰਪ ਸਾਹਿਬ ਦਾ। ਪਰ ਹੁਣ ਡੋਨਲਡ ਟਰੰਪ 2025 ਦੇ ਵਿੱਚ ਵੀ ਇਸ ਪੁਰਾਣੇ ਪੀਸ ਸਟੈਪ ਨੂੰ ਲੈ ਕੇ ਕਿਸੇ ਤਰੀਕੇ ਦਾ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਮੈਂ ਪੀਸ ਲੈ ਕੇ ਆਇਆ ਤੇ ਸਿਰਫ ਇੰਡੀਆ ਪਾਕਿਸਤਾਨ ਦੀ ਗੱਲ ਨਹੀਂ ਕਰਦੇ ਉਹ ਬਾਕੀ ਦੇਸ਼ਾਂ ਦੇ ਵਿੱਚ ਜੋ ਇਸ ਵਕਤ ਸਿਚੁਏਸ਼ਨ ਚੱਲ ਰਹੀਆਂ ਨੇ ਉਹਨਾਂ ਦਾ ਵੀ ਪੂਰਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਉਹ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਮੈਂ ਪੀਸ ਲੈ ਕੇ ਆਇਆ। ਇੰਡੀਅਨ ਡਿਪਲੋਮੇਸੀ ਦਾ ਨੈਰੇਟਿਵ ਕੀ ਹੈ ਕਿ ਸਾਡੀ ਇੰਟਰਨਲ ਮਿਲਟਰੀ ਡਿਪਲੋਮੇਸੀ ਦਾ ਨਤੀਜਾ ਸੀ ਇਹ ਕੰਟਰਡਿਕਸ਼ਨ ਟੈਲੀਵਿਜ਼ਨ ਸਕਰੀਨ, ਸੋਸ਼ਲ ਮੀਡੀਆ ਤੇ ਡਿਪਲੋਮੈਟਿਕ ਸਰਕਲਸ ਦੇ ਵਿੱਚ ਇੱਕ ਵੱਡਾ ਕਨਫਿਊਜ਼ਨ ਕ੍ਰੀਏਟ ਕਰ ਰਿਹਾ ਹੈ। ਤੇ ਇੱਕ ਹੋਰ ਇੰਟਰਸਟਿੰਗ ਚੀਜ਼ ਹੈ ਕਿ ਇੰਡੀਆ ਦੇ ਕੁਝ TV ਐਂਕਰਸ ਤੇ ਰਾਈਟ ਵਿੰਗ ਥਿੰਕਰਸ ਵੀ ਟਰੰਪ ਦੇ ਸਟੇਟਮੈਂਟਸ ਨੂੰ ਇੱਕ ਓਪਰਚੁਨਿਟੀ ਵਜੋਂ ਦੇਖਦੇ ਨੇ ਕਿ ਅਮਰੀਕਾ ਦੀ ਪ੍ਰੈਜ਼ੀਡੈਂਟ ਨੇ ਵੀ ਭਾਰਤ ਦੇ ਰੋਲ ਨੂੰ ਇੰਪੋਰਟੈਂਸ ਦਿੱਤੀ, ਪਰ ਦੂਜੀ ਸਾਈਡ ਕੁਝ ਨਿਊਟਰਲ ਵੌਇਸਸ ਕਹਿੰਦੇ ਨੇ ਕਿ ਇਹ ਸੈਲਫ ਗਲੋਰੀਫਿਕੇਸ਼ਨ ਦੀ ਸਟ੍ਰੈਟਜੀ ਹੈ ਜਿਹਦੇ ਵਿੱਚ ਗਰਾਊਂਡ ਤੇ ਕੋਈ ਇਨਵੋਲਵਮੈਂਟ ਐਕਚੁਅਲ ਦੇ ਵਿੱਚ ਨਹੀਂ ਸੀਗੀ। ਇੰਟਰਨੈਸ਼ਨਲ ਡਿਪਲੋਮੇਸੀ 'ਚ ਕ੍ਰੈਡੀਬਿਲਿਟੀ ਜ਼ਰੂਰੀ ਹੁੰਦੀ ਹੈ, ਵੀ ਐਗਰੀ ਵਿਦ ਦੈਟ। ਤੇ ਜਦੋਂ ਇੱਕ ਗਲੋਬਲ ਲੀਡਰ ਬਾਰ-ਬਾਰ ਕਹਿ ਰਿਹਾ ਹੋਵੇ ਕਿ ਆਈ ਡਿਡ ਇਟ ਬਿਨਾਂ ਕਿਸੇ ਡਾਕੂਮੈਂਟ ਜਾਂ ਪ੍ਰੋਸੈਸ ਦੇ ਤੇ ਉਹ ਕ੍ਰੈਡੀਬਿਲਿਟੀ ਨੂੰ ਹਿੱਟ ਕਰ ਸਕਦਾ ਹੈ, ਸਪੈਸ਼ਲੀ ਜਿੱਥੇ ਪੀਸ ਸੈਂਸਿਟਿਵ ਹੋਵੇ। ਤੇ ਜਦੋਂ ਗੱਲ ਆਪਾਂ ਕਰਦੇ ਆ ਨਾ ਇੰਡੀਆ ਤੇ ਪਾਕਿਸਤਾਨ ਦੇ ਰਿਲੇਸ਼ਨ ਦੀ, ਇਹ ਕਿਸੇ ਵੀ ਗੱਲ ਤੇ ਈਜ਼ੀਲੀ ਐਸਕੇਲੇਟ ਹੋ ਜਾਂਦੇ ਨੇ ਕਿਉਂਕਿ ਮਸਲਾ ਸੈਂਸਿਟਿਵ ਹੈ ਔਰ ਕਿਸ ਚੀਜ਼ ਨੂੰ ਲੈ ਕੇ ਉਹ ਤੁਸੀਂ ਜਾਣਦੇ ਹੋ। ਟਰੰਪ ਦਾ ਕਹਿਣਾ ਬਿਨਾਂ ਕਿਸੇ ਬੇਸ ਤੇ ਰੀਜਨ ਦੇ ਵਿੱਚ ਸਪੈਕੂਲੇਸ਼ਨ ਵਧਾਉਂਦਾ ਹੈ। ਇੰਡੀਆ ਦੀ ਰੂਲਿੰਗ ਪਾਰਟੀ BJP ਹੈ ਤੇ BJP ਨੇ ਆਫੀਸ਼ੀਅਲੀ ਟਰੰਪ ਤੇ ਡਾਇਰੈਕਟ ਕਮੈਂਟ ਨਹੀਂ ਕੀਤਾ ਹੈ ਤੇ ਨਾ ਕਦੀ PM ਨਰਿੰਦਰ ਮੋਦੀ ਨੇ ਕੀਤਾ ਹੈ, ਪਰ डिप्लोमैट्स ने बैकग्राउंड च क्या जरूर है कि इंडिया विल मेंटेन इट्स सोवरेन पोजीशन, वी डोंट नीड एनीवन टू मीडिएट ऑन आवर बिहाफ। ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ 2025 ਦੇ ਵਿੱਚ ਇੰਡੀਆ ਨੇ ਹੁਣੇ ਕਿਉਂਕਿ ਚੁਣਾਵੀ ਮਾਹੌਲ ਪਹਿਲਾਂ ਵੀ ਰਿਹਾ ਹੈ ਤੇ ਹੁਣ ਵੀ ਚੁਣਾਵੀ ਮਾਹੌਲ ਤੇ ਹੈ ਹੀ ਹੈ ਤੇ ਇਸ ਤਰੀਕੇ ਦਾ ਜਿਹੜਾ ਸਟੇਟਮੈਂਟ ਹੈ ਉਹ ਇੱਕ ਵੱਡਾ ਇਸ਼ੂ ਬਣ ਸਕਦਾ ਹੈ ਤੇ ਕਿਤੇ ਨਾ ਕਿਤੇ ਇਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਇੰਡੀਆ ਵੱਲੋਂ ਕੀਤੀ ਜਾਂਦੀ ਹੈ। ਇੰਡੀਅਨ ਅਮਰੀਕਨ ਦੀ ਇੱਕ ਵੱਡੀ ਪੋਪੂਲੇਸ਼ਨ ਟਰੰਪ ਨੂੰ ਸਪੋਰਟ ਕਰਦੀ ਹੈ ਤੇ BJP ਵੀ ਡਾਇਸਪੋਰਾ ਕਨੈਕਸ਼ਨ ਮੇਨਟੇਨ ਕਰਨਾ ਚਾਹੁੰਦੀ ਹੈ ਤੇ ਇੱਥੇ ਹੁਣ ਇੱਕ ਬੈਲੈਂਸ ਕ੍ਰੀਏਟ ਕਰਨਾ ਜ਼ਰੂਰੀ ਹੈ। ਇੱਕ ਬੈਲੈਂਸ ਕਰਨਾ, ਟਰੰਪ ਦੇ ਸਟੇਟਮੈਂਟ ਨੂੰ ਰਿਜੈਕਟ ਕਰਨਾ ਬਿਨਾਂ ਰਿਲੇਸ਼ਨਸ਼ਿਪ ਖਰਾਬ ਕਰੇ, ਇੱਕ ਡਿਪਲੋਮੈਟਿਕ ਟਰਾਈ ਟਰੋਫ
वॉक बन चुकिया है। मे भी शायद यही एक नैरेटिव सैट करने की कोशिश की जाती है। तो समझना भी जरूरी है कि पाकिस्तान भी ट्रंप के क्लेम ते फॉर्मली चुप रहता है, कभी कुछ रिएक्ट नहीं करता। तो इस साइलेंस नूं कई लोग स्ट्रैटेजिक साइलेंस कहते हैं, जिथे पाकिस्तान नीदर कन्फर्म कर रहा है तो ना ही डिनाई कर रहा है, ताकि उन्होंने भी इंटरनेशनल सिंपैथी मिले बिना ट्रंप नूं क्रिटिसाइज करके। सो इस पूरे मुद्दे का असली सवाल यह है कि इंडिया की स्ट्रैटेजी लैके किस स्ट्रैटेजी नूं लैके अगे भी वधेगी, जो ट्रंप वार वार ये कहते हैं कि सीज फायर जिहड़ा आ वो मीडिएशन उन्हां वल्लों कीता गया है। कि ट्रंप के रिपीटेड क्लेम्स नूं इग्नोर किया जाएगा कदी, या फॉर्मली रिजेक्ट किया जाएगा, या लोड़ है इनू रिजेक्ट करन दी, या क्वाइटली बैकग्राउंड डिप्लोमेसी नूं च समझौता किया जाएगा कि ट्रंप नूं उन्हां दी पॉलिटिकल ऑप्टिक्स बनाउण दो, पर इंडिया अपनी पोजीशन ते टिकिया रहेगा। तो ये पूरी सिचुएशन इस वक्त बनी हुई है। तो हुण देखना होगा कि इनू लैके अगे भी किस तरीके की सिचुएशन रहन वाली है। इंडिया अपने वालों किस तरीके दे नाल स्ट्रैटेजिकली इनू कवर करने की कोशिश करेगा, जो हमेशा करता है। पाकिस्तान भी एक स्ट्रैटेजिकली साइलेंस नू ही एक वधिया ऑप्शन मानता है। तो अमेरिका वो अपना काम कर ही रहा है। तुसीं वेख रहे हो कि हर प्लेटफॉर्म ते आके ਜਦੋਂ भी किसी वॉर की गल होए तो इंडिया पाकिस्तान का जिक्र हमेशा डोनाल्ड ट्रंप की ज़ुबान पर रहिंदा है। तो खास करके उस मीडिएशन की गल भी उन्हां दी ज़ुबान पर रहिंदी है। क्रेडिट लैण की गल हमेशा उन्हां वल्लों की जाती है। तो किस तरीके का नैरेटिव सैट करने की कोशिश की जाती है उन्हां वल्लों, किस तरीके का मोटिव है, इससे अपने विचार साडे नाल जरूर साझा करना जी, क्योंकि प्रोग्राम के एंड विच असीं एक ईमेल आईडी तुहाडे नाल शेयर करते हैं, उस ते तुसीं अपना फीडबैक सानू दे सकते हो। एक ब्रेक लिए रुकांगे तो ब्रेक तो बाद आपां अज दे इस मुद्दे नू एक नवी दिशा देने की कोशिश करांगे, क्योंकि गल बहुत ही इंपॉर्टेंट मसले ते होवेगी। गल होवेगी ऑपरेशन सिंदूर नू लेके। तुसीं जाणदे हो ऑपरेशन सिंदूर जो कि पहलगाम अटैक तो बाद इंडिया वालों ये किया गया सीगा, सक्सैसफुली इनू अंजाम दिता गया, क्योंकि बदला लेना सी। ते बदला लैण का मकसद यह सी कि जिन्ने भी उत्थे टैररिस्ट कैंप्स ने उन्होंने डैमेज किया जाए। तो इस मकसद के नाल इंडिया ने इस ऑपरेशन सिंदूर नू अगे वधाया ते सक्सैसफुली अंजाम भी दिता। हुण इनू लैके इंडियन पॉलिटिक्स दे विच की हो रहा है, मॉनसून सैशन चल रहा है, तो उस मॉनसून सैशन दे विच ऑपरेशन सिंदूर नू लैके किस तरीके की सिचुएशन बनी हुई है, तो आम लोगों दे विच इसका की इंपैक्ट रहेगा। आपां गल इस ते भी करांगे। तो जानन दे लई तुसीं जुड़े रहो साडे नाल, जुड़े रहो अज दा मुद्दा दे नाल। अपना फीडबैक देने लई तुसीं info@justbroadcasting.com या geet@justbroadcasting.com ते अपने विचार साडे नाल साझा कर सकते हो। फिलहाल अज दा मुद्दा दे विच इन्ना ही। कल फिर हाजिर होवांगे एक नवे टॉपिक दे नाल। तद तक लई तुसीं बाकी प्रोग्राम्स दे लई जुड़े रहना जस्ट पंजाबी दे नाल। सत श्री अकाल जी, रब राखा।